अस्सलामु अलैका या साहिबुल असर व ज़मान बफ़ज़ान मुरशद अब्द हैदर। जी, गल है कि पहले सीखो ते बाद दे विच सिखाओ। पहले सीखो, बाद दे विच सिखाओ। कुलिया ये है कि पहले किसी भी चीज़ ਨੂੰ ਸਿੱਖਿਆ ਜਾਂਦਾ ਹੈ, ਬਾਅਦ 'ਚੋਂ ਸਿਖਾਇਆ ਜਾਂਦਾ ਹੈ। ਇਹ ਕਦੀ ਵੀ ਨਹੀਂ ਹੁੰਦਾ ਕਿ ਬੰਦਾ ਹਾਲੇ ਖੁਦ ਪ੍ਰੋਸੈਸ ਦੇ ਵਿੱਚ ਦੂਸਰੇ ਨੂੰ ਸਿਖਾਉਂਦਾ ਹੋਵੇ। ਪਹਿਲੇ ਸਿੱਖਿਆ ਜਾਂਦਾ ਹੈ, ਫਿਰ ਸਿਖਾਇਆ ਜਾਂਦਾ ਹੈ। ਕੁਰਾਨ ਪਾਕ ਦੀ ਆਇਤ ਹੈ ਸੂਰਤ ਸਵਾਦ ਤੇ ਆਇਤ ਨੰਬਰ 29 ਹੈ। ਅੱਲਾਹ ਪਾਕ ਫਰਮਾਉਂਦਾ ਹੈ ਕਿ ਇਹ ਇੱਕ ਬਾਬਰਕਤ ਕਿਤਾਬ ਹੈ ਜਿਹੜੀ ਅਸੀਂ ਤੁਹਾਡੀ ਤਰਫ ਨਾਜ਼ਿਲ ਕੀਤੀ ਤਾਂ ਕਿ ਲੋਕ ਇਹਦੀ ਇਸ ਆਇਤ ਤੋਂ ਗੌਰ ਫਿਕਰ ਕਰਨ। ਇਹਨਾਂ ਆਇਤ ਦੇ ਵਿੱਚ ਗੌਰ ਫਿਕਰ ਕਰਨ। ਗੌਰ ਫਿਕਰ ਹੁੰਦੀ ਉਦੋਂ ਹੈ ਜਦੋਂ ਉਸ ਚੀਜ਼ ਨੂੰ ਸਮਝਿਆ ਜਾਵੇ, ਧਿਆਨ ਦਿੱਤਾ ਜਾਵੇ, ਉਹਦੇ ਮਾਨੀ ਮੁਤਾਲਬ ਤੇ ਗੌਰ ਕੀਤਾ ਜਾਵੇ, ਵੇਖਿਆ ਜਾਵੇ, ਫਿਰ ਹੀ ਆਪਣੀ ਜ਼ਿੰਦਗੀ 'ਚ ਅਪਲਾਈ ਹੁੰਦਾ ਨਾ। ਬਗੈਰ ਇੱਕ ਚਾਈਨੀਜ਼ ਵਿੱਚ ਇੱਕ ਚੀਜ਼ ਲਿਖੀ ਹੋਵੇ, ਤੁਸੀਂ ਪੜ੍ਹ ਤੇ ਲਵੋ ਕਿਸੇ ਤਰੀਕੇ ਨਾਲ, ਕਿਸ ਤਰੀਕੇ ਨਾਲ ਪੜ੍ਹ ਤੇ ਲਵੋ, ਜਦੋਂ ਤੁਹਾਨੂੰ ਮਾਨੀ ਤੇ ਮਤਲਬ ਦਾ ਹੀ ਨਹੀਂ ਪਤਾ ਤਾਂ ਉਨੀ ਦੇਰ ਗੱਲ ਨੂੰ ਕਿਵੇਂ ਸਮਝੋਗੇ। ਯਾਨੀ ਕਿ ਕਿਤਾਬ ਦਾ ਮਕਸਦ ਕੀ ਸੀ, ਉਹਦੇ 'ਚ ਗੌਰ ਕਰੋ, ਫਿਕਰ ਕਰੋ, ਗੌਰੋ ਫਿਕਰ ਕਰੋ ਉਹਨਾਂ ਵਿੱਚ। ਅੱਗੋਂ ਹਦੀਸ ਵੀ ਹੈ ਜਿਹੜੀ ਕਿ ਹਰ ਮਦਰਸੇ ਦੇ ਬਾਹਰ ਵੀ ਲਿਖੀ ਹੁੰਦੀ ਹੈ ਕਿ ਤੁਹਾਡੇ ਵਿੱਚੋਂ ਬਿਹਤਰ ਉਹ ਹੈ ਜਿਹੜਾ ਕੁਰਾਨ ਸਿੱਖੇ ਤੇ ਦੂਸਰਿਆਂ ਨੂੰ ਸਿਖਾਵੇ। ਜਿਹੜਾ ਕੁਰਾਨ ਸਿੱਖੇ ਤੇ ਦੂਸਰਿਆਂ ਨੂੰ ਸਿਖਾਵੇ। ਇਹ ਜਿੰਨੀ ਦੇਰ ਖੁਦ ਨਹੀਂ ਨਾ ਸਿੱਖਦਾ ਉਨੀ ਦੇਰ ਦੂਸਰਿਆਂ ਨੂੰ ਸਿਖਾ ਨਹੀਂ ਸਕਦਾ। ਇਹ ਮੇਨ ਕੁਲੀਆ ਹੈ ਕਿ ਪਹਿਲੇ ਸਿੱਖੇ ਬਾਅਦ ਚੋਂ ਸਿਖਾਵੇ। ਸਹੀ ਬੁਖਾਰੀ ਦੇ ਵਿੱਚ ਹਦੀਸ ਨੰਬਰ ਹੈਗੀ ਹੈ 5027, ਠੀਕ ਹੈ, 5027। ਸ਼ਰਤ ਇਹ ਕਿ ਪਹਿਲੇ ਸਿੱਖੇ। ਸਿਖਾਉਣ ਦੀ ਤਾਂ ਬਾਰੀ ਹਲ ਬੜੀ ਦੂਰ ਵਾਰੀ ਆਣੀ ਹੈ ਨਾ। ਪਹਿਲੇ ਸਿੱਖੇ ਸਿੱਖੇ ਸਿੱਖੇ। ਇਹ ਜਿਹੜੇ ਵੀ ਲੋਕ ਸਿਖਾ ਰਹੇ ਨੇ ਨਾ ਉਹਨਾਂ ਅੱਗੇ ਸਵਾਲ ਹੈ, ਤਾਂ ਤੁਸੀਂ ਵੀ ਸਵਾਲ ਕਰਨਾ ਹੈ, ਉਹਨਾਂ ਨੂੰ ਪੁੱਛਣਾ ਹੈ ਤੇ ਆਪਣੇ ਆਪ ਨਾਲ ਵੀ ਪੁੱਛਣਾ ਅਸੀਂ ਸਿਖਾ ਤੇ ਰਹੇ, ਕਿ ਅਸੀਂ ਸਿੱਖ ਗਏ ਹਾਂ? क्या सिर्फ अरबी पढ़ना काफ़ी सी? अरबी पढ़ना बोलना काफ़ी सी सीखण वास्ते? नहीं काफ़ी सी, ठीक है, नहीं काफ़ी सी। क्या मानी ते मतलब ये सिख ले ने कि ना मानी की सी मतलब सी कि सिख ले ने? क्या कुरान दी हर आयत दा शान नज़ूल मालूम हो गया कि कदों आई सी, क्यों आई सी, इहदी वजह की सी, ये क्यों आयत आई, पता लग गया? तुहानूं सिखाण दा शौक ते पै गया, लेकिन क्या तुहानूं इस चीज़ दा पता? नहीं पता। ਤੇ ਫਿਰ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਗੱਲ ਇਹ ਕਿ ਆਖਰ ਉਸਤਾਦ ਕਿਹਨੂੰ ਚੁਣਿਆ ਜੇ? ਕਿਆ ਜਿਹੜਾ ਤੁਸੀਂ ਉਸਤਾਦ ਚੁਣਿਆ ਹੈ ਉਹ ਸਭ ਜਾਣਦਾ ਹੈ? ਕਿਆ ਉਹ ਕਹਿੰਦਾ ਕਿ ਮੈਨੂੰ ਜੋ ਮਰਜ਼ੀ ਪੁੱਛੋ ਮੈਂ ਜਵਾਬ ਦਾਂਗਾ, ਮੈਨੂੰ ਪਤਾ ਹੈ ਖੁਸ਼ਕੀ ਦੀ ਆਇਤ ਕਿਹੜੀ ਹੈ, ਤਰੀ ਦੀ ਆਇਤ ਕਿਹੜੀ ਹੈ, ਕਿਹੜੀ ਆਇਤ ਕਦੋਂ ਆਈ, ਕਿਸ ਵਾਸਤੇ ਆਈ? ਕਿਆ ਉਹਨੂੰ ਪਤਾ ਹੈ? ਨਹੀਂ ਪਤਾ। ਜਦ ਕਿ ਉਲਮਾ ਤੇ ਲੋਹੇ ਕੁਰਾਨੀ ਤੋਂ ਕਾਫਿਲ ਨੇ ਵੀ ਉਹਦਾ ਮਤਲਬ ਕਹਿੰਦੇ ਅੱਲਾਹ ਤੇ ਉਹਦਾ ਰਸੂਲ ਜਾਣਦਾ ਹੈ। ਇਹ ਲੋਹੇ ਕੁਰਾਨੀ ਕੀ ਮੈਂ ਆਸਾਨ ਕਰ ਦਿੰਦਾ, ਜਿਹੜਾ ਹੈ ਨਾ ਅਲਿਫ ਲਾਮ ਮੀਮ ਜਾਂ ਯਾਸੀਨ ਸਵਾਦ, ਇਹ ਜਿਹੜੀ ਆਇਤਾਂ ਨੇ ਨਾ 8-9 ਤਕਰੀਬਨ ਇਹ ਆਇਤਾਂ ਨੇ ਤੇ ਅਕਸਰ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ। ਲੋਹੇ ਕੁਰਾਨੀ ਕਿਹਾ ਗਿਆ ਇਹਨੂੰ। ਇਹਦੇ ਮਤਲਬ ਦਾ ਹੀ ਨਹੀਂ ਪਤਾ। ਉਹ ਕਹਿੰਦੇ ਅੱਲਾਹ ਤੇ ਉਹਦਾ ਰਸੂਲ ਹੀ ਜਾਣਦਾ। ਉਲਮਾ ਨੂੰ ਤਾਂ ਇਹ ਵੀ ਨਹੀਂ ਪਤਾ। ਤੇ ਲਾ ਤਦਾਦ ਇਹੋ ਜਿਹੀਆਂ ਆਉਣਗੀਆਂ, ਬਲਕਿ ਗਿਣੀਆਂ ਤੇ ਜਾ ਵੀ ਸਕਦੀਆਂ ਨੇ, ਖੈਰ ਮੈਂ ਲਿਖ ਦਿੱਤਾ। ਲੇਕਿਨ ਕਾਫੀ ਸਾਰੀਆਂ ਆਇਤਾਂ ਇਹੋ ਜਿਹੀਆਂ ਨੇ ਜਿਹਦੀ ਤਫਸੀਰ ਤੋਂ ਉਲਮਾ ਜਿਹੜੇ ਲਾ ਇਲਮ ਨੇ ਜੀ ਸਾਨੂੰ ਨਹੀਂ ਪਤਾ, ਅੱਲਾਹ ਤੇ ਉਹਦਾ ਰਸੂਲ ਬਿਹਤਰ ਜਾਣਦਾ ਹੈ, ਜਾਂ ਇਹ ਹੋਗਾ ਇਸका मतलब ਜਾਂ ਇਹ ਹੋਗਾ। ਜਿੱਥੇ ਗੱਲ ਆਉਂਦੀ ਨਾ ਜਾਂ ਇਹ ਮਤਲਬ ਹੋਏਗਾ ਜਾਂ ਫਿਰ ਅੱਲਾਹ ਦਾ ਮਤਲਬ ਇਹ ਹੋਏਗਾ, ਇਹਦਾ ਮਤਲਬ ਇਹ ਤਾਂ ਫਿਰ ਇਵੇਂ ਨਾ ਜਾਂ ਇਹਦੇ 'ਚ ਜ਼ਹਿਰ ਹੈ ਜਾਂ ਇਹਦੇ 'ਚ ਦਵਾਈ ਹੈ, ਕੰਫਰਮ ਤੇ ਕੋਈ ਚੀਜ਼ ਨਹੀਂ ਨਾ ਹੈਗੀ। ਇਹ ਜਿੱਥੇ ਜਾਂ ਗੱਲ ਆ ਜਾਏ ਨਾ ਜਾਂ ਐਸੇ ਜਾਂ ਐਸੇ, ਉਹ ਗੱਲ ਤੋਂ ਤੇ ਗੱਲ ਪੱਕੀ ਨਹੀਂ ਹੁੰਦੀ, ਉੱਥੇ ਸ਼ੱਕ 'ਚ ਹੁੰਦੀ ਹੈ। ਉਲਮਾ ਤੇ ਇਸ ਤਰ੍ਹਾਂ ਗਾਫਿਲ ਨੇ। ਤੁਸੀਂ ਸਿੱਖਿਆ ਕਿਹਦੇ ਕੋਲ ਕੁਰਾਨ? ਸ਼ਰਤ ਇਹ ਸੀ ਪਹਿਲੇ ਸਿੱਖੇ ਬਾਅਦ 'ਚੋਂ ਸਿਖਾਵੇ। ਕੁਰਾਨ ਸਿਖਾ ਰਹੇ ਹੋ ਤੁਸੀਂ, ਕੋਈ ਆਮ ਛੋਟੀ ਮੋਟੀ ਚੀਜ਼ ਨਹੀਂ ਕਿ ਜਿੰਦੇ ਤੁਸੀਂ ਪੱਲਿਓਂ ਵੀ ਕੋਈ ਚੀਜ਼ ਪਾ ਦੋਗੇ ਤੇ ਚੱਲ ਜਾਏਗਾ ਕੰਮ। ਆਖਰ ਤੁਸੀਂ ਉਸਤਾਦ ਕਿਹੜਾ ਫੜਿਆ ਜਿੰਨੇ ਜਿਹੜਾ ਤੁਹਾਨੂੰ ਸਿਖਾਵੇ? ਤੁਹਾਨੂੰ ਕਿਹਨੇ ਕਿਹਾ ਕਿ ਏਡੇ ਵੱਡੇ ਫਿਲਾਸਫਰ ਬਣੋ, ਤੁਸੀਂ ਉਸਤਾਦ ਬਣ ਜਾਓ, ਜਦੋਂ ਤੁਸੀਂ ਖੁਦ ਹੀ ਨਹੀਂ ਸਿੱਖਿਆ? ਉਹ ਬਈ ਹਾਲੇ ਤਾਂ ਤੁਸੀਂ ਖੁਦ ਨਹੀਂ ਸਿੱਖਿਆ। ਆਪਣੇ ਆਪ ਨੂੰ ਪੁੱਛੋ ਜੋ ਆਇਤ ਹੈ ਕਿ ਇਹਦੇ 'ਚ ਆਇਤ ਗੌਰੋ ਫਿਕਰ ਕਰੋ। ਫਿਰ ਹਦੀਸ ਜਿਹੜੀ ਹਰ ਮਦਰਸੇ ਦੇ ਬਾਹਰ ਲਿਖੀ ਹੁੰਦੀ ਹੈ ਤੇ ਹੈ ਵੀ ਸਹੀ ਹੈ ਕਿ ਪਹਿਲੇ ਸਿੱਖੇ ਫਿਰ ਸਿਖਾਵੇ, ਪਹਿਲੇ ਸਿੱਖੇ ਫਿਰ ਸਿਖਾਵੇ। ਪਹਿਲੇ ਸਿੱਖ ਤੇ ਲੈਂਦੇ, ਪਹਿਲੇ ਸਿੱਖ ਤੇ ਲੈਂਦੇ, ਫਿਰ ਸਿੱਖਦੇ ਵੀ ਉਹਦੇ ਕੋਲ ਜਿਹੜਾ ਨੂੰ ਖੁਦ ਪਤਾ ਹੋਵੇ। ਤੇ ਜਿਹੜਾ ਖੁਦ ਨੂੰ ਜਿਹਨੂੰ ਲੋਹੇ ਕੁਰਾਨੀ ਦਾ ਵੀ ਨਹੀਂ ਪਤਾ, ਆਇਤਾਂ ਦੀਆਂ ਤਫਸੀਰਾਂ ਦਾ ਵੀ ਨਹੀਂ ਪਤਾ, ਉਹਨੂੰ ਤੁਸੀਂ ਕਹਿੰਦੇ ਹੋ, ਠੀਕ ਹੈ। ਹੋਏ ਹੋਏ, ਕਿਆ ਕੋਈ ਇਹੋ ਜਿਹਾ ਉਸਤਾਦ ਮਿਲਿਆ ਕਿ ਜਿਹੜਾ ਸਲੂਨੀ ਦਾ ਦਾਅਵਾ ਕਰੇ ਕਿ ਜਿੰਮੀ ਨੂੰ ਪੁੱਛੋ? ਨਹੀਂ ਨਾ। ਤੇ ਫਿਰ ਕਿਹਨੇ ਤੁਹਾਨੂੰ ਹੱਕ ਦਿੱਤਾ ਕਿ ਬਗੈਰ ਸਿੱਖੇ ਹੀ ਸਿਖਾਈ ਜਾਓ? ਉਹ ਜਿਹੜਾ ਖੁਦ ਵਿਚਾਰਾ ਅੰਨਾ ਹੋਵੇ, ਅਨਪੜ੍ਹ ਹੋਵੇ, ਅੰਨਾ ਹੋਵੇ, ਉਹ ਕਿਸੇ ਨੂੰ ਰਸਤਾ ਕੀ ਵਿਖਾ ਸਕਦਾ? ਠੀਕ ਹੈ। ਇਹ ਤਲਫਜ਼ ਤੇ ਜ਼ੁਬਾਨ ਜਿਹੜਾ ਹੁੰਦਾ ਨਾ, ਇਹ ਕੋਈ ਮਾਨੀ ਨਹੀਂ ਰੱਖਦਾ ਜੀ। ਉਹ ਜ਼ੁਬਾਨ ਉਹਨੂੰ ਤਲਫਜ਼ ਬੜਾ ਸੋਹਣਾ ਆਉਂਦਾ ਅਰਬੀ ਦਾ, ਉਹਦੀ ਜ਼ੁਬਾਨ ਬੜੀ ਸੋਹਣੀ ਅਰਬੀ ਦੇ ਵਿੱਚ, ਇਹ ਗੱਲ ਹੀ ਨਹੀਂ। 4000 ਜਿਹੜੇ ਮੁਫਤੀ ਸੀ ਨਾ ਕਰਬਲਾ ਦੇ ਵਿੱਚ ਤੇ 18000 ਹਾਫਜ਼ੇ ਕੁਰਾਨ ਸੀ, ਉਹਨਾਂ ਦੀ ਜ਼ੁਬਾਨ ਹੀ ਅਰਬੀ ਸੀ। ਉਹ ਕਿਉਂ ਨਾ ਇਮਾਮ ਹੁਸੈਨ ਨੂੰ ਪਛਾਣ ਸਕੇ? ਉਹਨਾਂ ਨੇ ਤਾਂ ਕਿਹਾ ਇਮਾਮ ਹੁਸੈਨ ਕੁਰਾਨ ਦੀ ਆਇਤ ਦਾ ਮੁਨਕਰ ਹੈ ਕਿ ਇਤਾਅਤ ਕਰੋ ਅੱਲਾਹ ਦੀ, ਉਹਦੇ ਰਸੂਲ ਦੀ ਤੇ ਔਲਾ ਅਲ ਅਮਰ ਦੀ। ਉਹ ਕਹਿੰਦੇ ਔਲਾ ਅਲ ਅਮਰ ਇਸ ਟਾਈਮ ਯਜ਼ੀਦ ਹੈ, ਹਾਲਾਂਕਿ ਉਹ ਹੈਗੇ ਹੀ ਅਰਬੀ ਸੀ। ਤੁਹਾਡੇ ਨਾਲ ਸੋਹਣੀ ਅਰਬੀ ਉਹਨਾਂ ਨੂੰ ਆਉਂਦੀ ਸੀ, ਉਹ ਕਿਉਂ ਨਾ ਪਹਿਚਾਣ ਸਕੇ? ਬੇਸ਼ੱਕ ਉਹ ਕਹਿੰਦੇ ਨੇ ਜੀ ਕੁਰਾਨ ਬਿਲਕੁਲ ਉਸਤਾਦ ਤੋਂ ਬਗੈਰ ਨਹੀਂ ਪੜ੍ਹਨਾ ਚਾਹੀਦਾ, ਬੰਦਾ ਗੁੰਮਰਾਹ ਹੋ ਜਾਂਦਾ। ਗੱਲ ਬਿਲਕੁਲ ਠੀਕ ਹੈ, ਉਸਤਾਦ ਤੋਂ ਬਗੈਰ ਨਹੀਂ ਪੜ੍ਹਨਾ ਚਾਹੀਦਾ, ਗੱਲ 100% ਠੀਕ ਹੈ।
ਪਰ ਉਹ ਉਸਤਾਦ ਕੌਣ ਹੋਵੇ? ਇਹ ਸਵਾਲ ਜਿਹੜੇ ਮੈਂ ਕੀਤਾ ਹੈ ਇਸ ਵੀਡੀਓ ਦੀ ਤਵੱਸਲ ਨਾਲ ਤੁਸੀਂ ਪੁੱਛ ਸਕਦੇ ਹੋ ਜਾ ਕੇ ਜਿਹਨੂੰ ਵੀ, ਉਹਨੂੰ ਕਿ ਉਸਤਾਦ ਕਿਹੋ ਜਿਹਾ ਹੋਣਾ ਚਾਹੀਦਾ ਹੈ। ਵੈਸੇ ਅੱਲਾਹ ਦੇ ਰਸੂਲ ਨੇ ਤਾਂ ਫਰਮਾਇਆ ਸੀ ਸੱਲੱਲਾਹੁ अलैहि वसल्लम, ਕੁਰਾਨ ਤੇ ਅਹਿਲੇ ਬੈਤ ਤੋਂ ਲੈਣਾ, ਦੀਨ ਹਮੇਸ਼ਾ ਕੁਰਾਨ ਤੇ ਅਹਿਲੇ ਬੈਤ ਨੂੰ ਲੈਣਾ, ਇਹਨਾਂ ਨੂੰ ਥਾਮੇ ਰੱਖਣਾ, ਇਹ ਹਮੇਸ਼ਾ ਇਕੱਠੇ ਰਹਿਣਗੇ, ਕਦੀ ਗੁੰਮਰਾਹ ਨਹੀਂ ਹੋਗੇ। ਕੁਰਾਨ ਤੇ ਅਹਿਲੇ ਬੈਤ, ਕੁਰਾਨ ਤੇ ਅਹਿਲੇ ਬੈਤ, ਕੁਰਾਨ ਕਿਤਾਬ ਸੀ, ਇੱਕ ਪੁੱਛਣਾ ਅਹਿਲੇ ਬੈਤ ਕੋ ਸੀ, ਹੁਣ ਅਹਿਲੇ ਬੈਤ ਤੁਹਾਨੂੰ ਮਿਲਦੀ ਕੋਈ ਨਹੀਂ। ਸਵਾਲ ਹੈ ਨਾ, ਅੱਲਾਹ ਦੇ ਨਬੀ ਨੇ ਫਰਮਾਇਆ ਸੀ ਇਹ ਇਕੱਠੇ ਰਹਿਣਗੇ, ਇੱਥੋਂ ਤੱਕ ਕਿ ਹੌਜ਼ੇ ਕੌਸਰ ਤੇ ਮੈਨੂੰ ਆ ਕੇ ਮਿਲਣਗੇ। ਅਗਰ ਕੁਰਾਨ ਤੇ ਤੁਹਾਡੇ ਘਰਾਂ ਦੇ ਵਿੱਚ ਵੀ ਮੌਜੂਦ ਹੈ, ਫਿਰ ਅਹਿਲੇ ਬੈਤ ਕਿੱਥੇ ਹੈ? ਪਤਾ ਲੱਗਾ ਅਹਿਲੇ ਬੈਤ ਵੀ ਹੈ ਆ, ਪਰ ਤੁਸੀਂ ਸ਼ਾਇਦ ਲੱਭਣਾ ਨਹੀਂ ਚਾਹੁੰਦੇ, ਤੁਸੀਂ ਲੱਭਣਾ ਨਹੀਂ ਚਾਹੁੰਦੇ ਯਾਰ। ਬਸ ਤੁਸੀਂ ਸਿੱਖਣਾ ਚਾਹੁੰਦੇ ਹੋ, ਆਪਣੇ ਬੱਚਿਆਂ ਨੂੰ ਕੁਰਾਨ ਪਾਕ ਸਿਖਾਉਣਾ ਚਾਹੁੰਦੇ ਹੋ, ਬਹੁਤ ਅੱਛੀ ਗੱਲ ਹੈ, ਲੇਕਿਨ ਕਮ ਸੇ ਕਮ ਪਹਿਲੇ ਉਸਤਾਦ ਉਹ ਲੱਭੋ ਜਿਹੜਾ ਖੁਦ ਸਿੱਖ ਗਿਆ ਹੋਵੇ, ਜਿਹਨੂੰ ਇਹਨਾਂ ਗੱਲਾਂ ਦਾ ਹੀ ਨਾ ਪਤਾ ਹੋਵੇ, ਨਾ ਕੁਰਾਨ ਪਾਕ ਦੇ ਪਤਾ ਹੀ ਨਾ ਕਿਹੜੀ ਆਇਤ ਕਦੋਂ ਆਈ, ਬਲਕਿ ਪਹਿਲੇ ਉਹ ਬੰਦਾ ਖੁਦ ਕਵੇ ਕਿ ਮੈਂ ਸਿੱਖ ਗਿਆ ਵਾਂ ਕੁਰਾਨ ਪਾਕ ਨੂੰ। ਪਹਿਲੇ ਉਹਦੇ ਮੂੰਹੋਂ ਸੁਣਨਾ ਹੈ ਕਿ ਉਹ ਬੰਦਾ ਕਵੇ ਜੀ ਮੈਂ ਬਿਲਕੁਲ ਕੁਰਾਨ ਨੂੰ ਸਿੱਖ ਗਿਆ, ਮੈਂ ਹਰ ਚੀਜ਼ ਨੂੰ ਸਿੱਖ ਗਿਆ। ਤੇ ਜਦੋਂ ਕਵੇ ਨਾ ਮੈਂ ਸਿੱਖ ਗਿਆ, ਤੇ ਫਿਰ ਉਹਦਾ ਨੰਬਰ ਮੈਨੂੰ ਵੀ ਦੇ ਦੇਣਾ, ਮੈਂ ਵੀ ਉਹਦੇ ਨਾਲ ਗੱਲ ਕਰਾਂ, ਫਿਰ ਮੇਰੇ ਵੀ ਸਵਾਲ ਹੈ, ਮੈਂ ਵੀ ਉਹਨੂੰ ਪੁੱਛਾਂ ਕਿ ਭਾਜੀ ਜੇ ਅਗਰ ਤੁਸੀਂ ਸਿੱਖ ਗਏ ਹੋ ਤਾਂ ਫਿਰ ਸਾਡੇ ਵੀ ਕੋਈ ਸਵਾਲਾਂ ਦੇ ਜਵਾਬ ਦਿਓ। ਤੇ ਜੇ ਉਹ ਲੋਹੇ ਕੁਰਾਨੀ ਤੇ ਹੀ ਅੜ ਜਾਵੇ, ਜੇ ਉਹ ਕੁਰਾਨ ਦੀ ਤਫਸੀਰ ਤੇ ਹੀ ਅੜ ਜਾਵੇ, ਤਾਂ ਫਿਰ ਉਹ ਸਿੱਖਿਆ ਕਿੱਥੋਂ? ਠੀਕ ਹੈ। ਬਾਕੀ ਬਈ ਸਿੱਧੀ ਤੇ ਸਾਫ਼ ਗੱਲ ਹੈ, ਪਹਿਲੇ ਸਿੱਖੋ ਤੇ ਬਾਅਦ ਚੋਂ ਸਿਖਾਓ। ਤੇ ਫਿਰ ਸਿੱਖਣਾ ਕਿੰਦੋਂ? ਕੋਈ ਉਸਤਾਦ ਵੀ ਤੇ ਹੋਵੇ ਨਾ ਕੋਈ। ਕਿਆ ਕੋਈ ਜਿਨ੍ਹਾਂ ਨੇ ਸਿੱਖਿਆ ਹੈ, ਕਿਆ ਉਹਨਾਂ ਨੂੰ ਪੁੱਛੋ ਤੁਸੀਂ ਉਸਤਾਦ ਕਿਹੜਾ ਤੁਹਾਡਾ? ਸਰਕਾਰ ਜਿੰਦਾ ਉਸਤਾਦ ਅਹਿਲੇ ਬੈਤ ਨਹੀਂ, ਵਕਤ ਦਾ ਇਮਾਮ ਨਹੀਂ, ਉਹ ਸਭ ਜਹਾਲਤ ਹੈ, ਗਫਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਕਿਉਂਕਿ ਵਕਤ ਦਾ ਇਮਾਮ ਹੀ ਦੱਸ ਸਕਦਾ ਹੈ ਕਿ ਕਿਹੜੀ ਆਇਤ ਕਦੋਂ ਆਈ, ਕਿਉਂ ਆਈ, ਕਿਹਦੇ ਵਿੱਚ ਕੀ ਮਤਲਬ ਹੈ। 70 ਜ਼ਾਹਰੀ ਤਫਸੀਰਾਂ ਨੇ, 70 ਬਾਤਨੀ ਤਫਸੀਰਾਂ ਨੇ। ਹਾਲੇ ਤਾਂ ਆਮ ਬੰਦਿਆਂ ਨੂੰ ਇੱਕ ਇੱਕ ਤਫਸੀਰ ਦਾ ਨਹੀਂ ਪਤਾ ਲੱਗਾ। 70 ਤੇ ਉਹ ਤਫਸੀਰਾਂ ਨੇ ਜਿਹੜੀ ਦੁਨੀਆ ਤੇ ਹੀ ਬੰਦੇ ਜਾਣ ਸਕਦੇ ਨੇ, ਠੀਕ ਹੈ। ਤੇ 70 ਬਾਤਨੀ ਤਫਸੀਰਾਂ ਨੇ ਜਿਹੜੇ ਬਹੁਤ ਸਾਰੇ ਜਿਹੜੇ ਨੇਕ ਬੰਦੇ ਨੇ ਉਹ ਵੀ ਜਾਣ ਸਕਦੇ ਨੇ, ਦੁਨੀਆ ਤੇ ਰਹਿ ਕੇ ਮੁਮਕਿਨ ਹੈ। ਉਹ ਬਈ ਕਿੱਧਰ ਜਾ ਰਹੇ ਹੋ? ਇਹ ਹਰ ਉਸ ਮਦਰਸੇ ਵਾਲੇ ਨਾਲ ਸਵਾਲ ਕਰੋ, ਜਾਂ ਮੇਰੀ ਵੀਡੀਓ ਬਹੁਤ ਸਾਰੇ ਮਦਰਸੇ ਵਾਲੇ ਵੀ ਵੇਖਦੇ ਨੇ, ਉਹਨਾਂ ਨੂੰ ਪੁੱਛੋ ਤਾਂ ਸਹੀ ਕਿ ਸਾਡਾ ਉਸਤਾਦ ਹੈ ਸਿੱਖ ਚੁੱਕਿਆ ਕੁਰਾਨ ਪਾਕ? ਮੈਂ ਪਹਿਲੇ ਵੀ ਦੱਸ ਚੁੱਕਿਆ, ਅਰਬੀ ਬੋਲਣਾ, ਪੜ੍ਹਨਾ, ਲਿਖਣਾ ਇਹ ਗੱਲ ਹੀ ਕੋਈ ਨਹੀਂ। ਇਹ ਤੇ ਅਰਬੀ ਪੜ੍ਹਨਾ, ਬੋਲਣਾ, ਲਿਖਣਾ, ਇਹ ਤੇ ਅਰਬੀਆਂ ਦਾ ਜਿਹੜਾ 2-4 ਪੜ੍ਹਿਆ ਹੋਇਆ ਉਹ ਵੀ ਲਿਖ ਲੇਗਾ, ਇਹ ਕੋਈ ਮਿਆਰ ਨਹੀਂ ਹੈ। ਠੀਕ ਹੈ। ਕੁਰਾਨ ਪਾਕ ਦੇ ਵਿੱਚ ਗੌਰ ਫਿਕਰ ਕਰਨ ਵਾਸਤੇ ਇਹ ਕੁਰਾਨ ਪਾਕ ਨਾਜ਼ਲ ਹੋਇਆ ਹੈ। ਠੀਕ ਹੈ। ਪਹਿਲੇ ਸਿੱਖੇ ਬਾਅਦ ਦੇ ਵਿੱਚ ਸਿਖਾਵੇ। ਠੀਕ ਹੈ। ਫਿਰ ਉਸਤਾਦ ਕਿਹੋ ਜਿਹਾ ਹੋਣਾ ਚਾਹੀਦਾ? ਇਹ ਤਾਂ ਕਿਹਾ ਨਾ ਉਸਤਾਦ ਤੋਂ ਬਗੈਰ ਨਹੀਂ ਪੜ੍ਹਿਆ ਜਾ ਸਕਦਾ, ਫਿਰ ਉਸਤਾਦ ਕਿਹੋ ਜਿਹਾ ਹੋਣਾ ਚਾਹੀਦਾ? ਇਹ ਸਾਰੀਆਂ ਗੱਲਾਂ ਤੇ ਗੌਰ ਫਿਕਰ ਕਰਨੀ ਹੈ। ਮੇਰੀ ਵੀਡੀਓ ਜਿਹੜੇ ਨੇ, ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਦੇਖਦੇ ਨੇ ਮੇਰੀ ਵੀਡੀਓ, ਸਿਰਫ ਕਹਿ ਲਓ ਕਿ ਜਿਹੜੇ ਆਪਣੇ ਆਪ ਨੂੰ ਮੋਮਨ ਕਹਿੰਦੇ ਨੇ ਜਾਂ ਮੁਸਲਮਾਨ ਕਹਿੰਦੇ ਨੇ, ਉਹ ਹੀ ਨਹੀਂ, ਮੇਰੀ ਵੀਡੀਓ ਬਹੁਤ ਸਾਰੇ ਬੰਦੇ ਵੇਖਦੇ ਨੇ, ਮੈਨੂੰ ਪਤਾ ਹੈ। ਲਿਹਾਜ਼ਾ ਮੈਂ ਤਾਂ ਹੀ ਸਾਰਿਆਂ ਦੇ ਮੁਤਾਬਕ ਹੀ ਵੀਡੀਓ ਬਣਾਉਣਾ, ਕਿਉਂਕਿ ਜਿਹੜਾ ਹਦਾਇਤ ਲੈਣਾ ਚਾਹੁੰਦਾ ਹੈ ਜਾਂ ਜਿਹੜਾ ਕੁਝ ਸਮਝਣਾ ਚਾਹੁੰਦਾ ਉਹਨੂੰ ਕੁਝ ਸਮਝ ਆ ਸਕੇ। ਠੀਕ ਹੈ। ਬਾਕੀ ਝੂਠੇ ਤੇ ਨਾ ਇਨਸਾਫ ਤੇ ਅੱਲਾਹ ਪਾਕ ਦੀ ਲਾਨਤ। ਠੀਕ ਹੈ। ਬਾਕੀ ਹੁബ്ബੇ ਅਲੀ ਰਹਿਮਤੁल्लाह, बुग़्ज़े अली लानतुल्लाह बेशुमार।